ਮੁਸ਼ਕਲ ਵਕਤ ਹੁੰਦਾ। ਹਾਂਜੀ, ਇਹ ਮੈਂ ਗੱਲ ਕਰ ਰਿਹਾ ਵਾਂ ਕਿ ਇੱਕ ਪਾਕਿਸਤਾਨੀ ਅਦਾਕਾਰਾ ਸੀ ਜਿਹਦੇ ਤੋਂ ਆਏ ਸੀ, ਪਠਾਨ ਫੈਮਿਲੀ ਨਾਲ ਤਾਲੁਕ ਸੀ, ਗਰੀਬ ਘਰ ਸੀ, ਬਸ ਜਿਵੇਂ ਕਹਿੰਦੇ ਨਾ ਕਿ ਨਾ ਹੋਣ ਦੇ ਬਰਾਬਰ ਸਹੂਲਤਾਂ ਸੀ। ਲਾਹੌਰ ਆਏ, ਸਟਰਗਲ ਸ਼ੁਰੂ ਹੋ ਗਈ। ਸਟਰਗਲ ਕਰਦਿਆਂ ਕਰਦਿਆਂ ਮਕਸਦ ਇਹ ਆ ਕਿ ਉਸ ਵਕਤ ਦੇ ਬਹੁਤ ਵੱਡੇ ਇੱਕ ਡਾਇਰੈਕਟਰ SM ਯੂਸਫ ਸਾਹਿਬ, ਉਹਨਾਂ ਨੇ ਚਾਂਸ ਦਿੱਤਾ। ਪਹਿਲੀ ਫਿਲਮ ਉਹਨਾਂ ਦੀ ਮੇਰੇ ਖਿਆਲ ਆ ਦੱਸਦੇ ਆ ਦੁਲਹਨ ਸੀ, ਉਹ 'ਚ ਕਾਸਟ ਕੀਤਾ, ਲੇਕਿਨ ਉਹ ਫਿਲਮ ਜਿਹੜੀ ਸੀ ਇੰਨੀ ਖਾਤਰ ਖੁਆਹ ਕਾਮਯਾਬੀ ਤੇ ਨਾ ਹਾਸਲ ਕਰ ਸਕੀ। ਬਸ ਉਹ ਜਿਵੇਂ ਕਹਿੰਦੇ ਨਾ ਕਿ ਸਿਰਫ ਇੱਕ ਪਰਦੇ ਤੇ ਆਉਣ ਦਾ ਨਾ ਇੱਕ ਜ਼ਰੀਆ ਬਣ ਗਈ। ਲੇਕਿਨ ਸਟਰਗਲ ਜਾਰੀ ਰਹੀ। ਸਟਰਗਲ ਕਰਦਿਆਂ 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 ਫਿਰ ਇੱਕ ਦਫਾ SM ਯੂਸਫ ਸਾਹਿਬ ਨੇ ਮਕਸਦ ਉਹਨਾਂ ਨੂੰ ਉਹਨਾਂ ਦਾ ਫੇਸ ਐਕਸਪ੍ਰੈਸ਼ਨ ਦੇਖਦਿਆਂ ਹੋਇਆਂ ਇੱਕ ਮੌਕਾ ਦੇਣ ਦੀ ਫਿਰ ਕੋਸ਼ਿਸ਼ ਕੀਤੀ। ਚਲੋ ਯਾਰ ਕੋਸ਼ਿਸ਼ ਕਰਦੇ ਹਾਂ। ਕਹਿੰਦੇ ਆ ਕਿ ਉਹਨਾਂ ਨੇ ਫਿਰ ਫਿਲਮ ਬਣਾਈ ਆਸ਼ੀਆਨਾ। ਆਸ਼ੀਆਨਾ ਦੇ ਅੰਦਰ ਜਨਾਬ ਗੱਲ ਇਹ ਹੈਗੀ ਆ ਕਿ ਫਿਰ 1970 ਤੋਂ ਬਾਅਦ ਦੇ ਦੌਰ ਦੇ ਬਹੁਤ ਹੀ ਸੁਪਰਸਟਾਰ ਜਿਹੜੇ ਸੀ ਨਾ ਉਹਦੇ 'ਚ ਕਾਸਟ ਸ਼ਾਮਲ ਸੀ, ਜਿਹਦੇ ਵਿੱਚ ਮੈਂ 2-3 ਨਾਮ ਲਵਾਂਗਾ, ਜਿਵੇਂ ਮੁਹੰਮਦ ਅਲੀ ਸਾਹਿਬ ਤੇ ਵਹੀਦ ਮਰਾਜ ਸਾਹਿਬ, ਉਹ ਵੀ ਕਹਿੰਦੇ ਉਸ ਫਿਲਮ 'ਚ ਸ਼ਾਮਲ ਸੀ। ਬਸ ਕੁਦਰਤ ਦਾ ਕਰਨਾ ਸੀ ਕਿ ਉਹ ਫਿਲਮ ਜਿਹੜੀ ਆ ਇੰਤਹਾਈ ਹਿੱਟ ਗਈ, ਇੰਤਹਾਈ ਕਾਮਯਾਬ ਗਈ। ਉੱਥੋਂ ਸਮਝ ਲਓ ਨਾਮ ਬਣ ਗਿਆ। ਲਓ ਜੀ 60 ਔਰ 70 1970 ਦੇ ਦਰਮਿਆਨ ਤੱਕ ਇਸ ਅਦਾਕਾਰਾ ਨੇ ਆਪਣੇ ਪਾँव ਆਪਣੇ ਪੈਰ ਜਮਾ ਲਏ ਔਰ ਆਪਣਾ ਮਕਾਮ ਬਣਾ ਲਿਆ। ਸਿਲਸਿਲਾ ਚੱਲ ਨਿਕਲਿਆ। ਫਿਰ ਤਾਂ ਜਨਾਬ ਉਰਦੂ ਪੰਜਾਬੀ ਬਸ ਫਿਲਮਾਂ ਦਾ ਐਵੇਂ ਜਿਵੇਂ ਕਹਿੰਦੇ ਨਾ ਸਿਲਸਿਲਾ ਸ਼ੁਰੂ ਰਿਹਾ। ਔਰ ਕਰੈਕਟਰ ਐਕਟਰ ਵੀ ਉਹਨਾਂ ਨੇ ਬੜੇ ਰੋਲ ਕੀਤੇ। ਆਵਾਜ਼ ਬੜੀ ਪਾਵਰਫੁਲ ਸੀ, ਡਾਇਲੌਗ ਬੋਲਣ ਦਾ ਅੰਦਾਜ਼ ਬੜਾ ਆਲਾ ਸੀ। ਮਕਸਦ ਉਹ ਤੁਹਾਨੂੰ ਇੱਕ ਕਲਿੱਪ ਦਿਖਾਵਾਂਗੇ ਵੀ। ਔਰ ਇਹ ਮੰਨਣ ਵਾਲੀ ਗੱਲ ਆ ਕਿ ਮੈਂ ਜਿਹੜੀ ਵੀ 2-4-10 ਪੰਜਾਬੀ ਫਿਲਮਾਂ ਦੇਖੀਆਂ ਜਾਂ ਉਹ ਪੁਰਾਣੇ ਸਟਾਈਲ 'ਚ, ਅਤੇ ਉਹਨਾਂ 'ਚ ਮੈਂ ਦੇਖਿਆ ਵਾ ਕਿ ਉਹਨਾਂ ਦਾ ਜਿਹੜਾ ਬੋਲਣ ਦਾ ਅੰਦਾਜ਼ ਸੀ ਉਹ ਬਹੁਤ ਆਲਾ ਸੀ। ਇਹ ਹੁਣ ਮੈਨੂੰ ਨਹੀਂ ਪਤਾ ਹੈਗਾ ਕਿ ਕਹਿੰਦੇ ਨਾ ਕਿ ਜਾਂ ਤਾਂ ਬਹੁਤਾ ਅਰੂਜ ਉਹ ਬੰਦੇ ਦਾ ਖਾਣਾ ਖਰਾਬ ਕਰ ਦਿੰਦਾ, ਬੰਦੇ ਨੂੰ ਖ਼ਤਮ ਕਰ ਦਿੰਦਾ, ਜਾਂ ਫਿਰ ਬਹੁਤ ਜ਼ਿਆਦਾ ਗੁਰਬਤ ਜਿਹੜੀ ਹੈ ਨਾ ਉਹ ਬੰਦੇ ਨੂੰ ਮੁਕਾ ਦਿੰਦੀ ਆ। ਹੁਣ ਉਸ ਵੇਲੇ 'ਤੇ ਬੰਦਾ ਜਾਇਜ਼ਾ ਲਾਵੇ ਅਤੇ ਉਸ ਅਦਾਕਾਰ ਦਾ ਅਰੂਜ ਦਾ ਜ਼ਮਾਨਾ ਸੀ, ਉਹਨੂੰ ਗੁਰਬਤ ਨਹੀਂ ਸੀ ਹੈ, ਪੈਸਾ ਸੀ ਹਰ ਥਾਂ, ਕਰੋੜਾਂ ਹਰ ਲੋਕਾਂ ਦੀਆਂ ਦੁਆਵਾਂ, ਔਰ ਅੱਜ ਤੱਕ ਲੋਕ ਦੁਆਵਾਂ ਕਰ ਰਹੇ ਉਹ ਕਮਾਇਆ। ਅਤੇ ਕੁਛ ਐਸੇ ਵੀ ਆ ਜਿਨ੍ਹਾਂ ਨੂੰ ਕੋਈ ਯਾਦ ਕਰਕੇ ਰਾਜ਼ੀ ਨਹੀਂ ਹੈ। ਇਹ ਬਾਈ ਤੁਹਾਡੇ ਆਪਣੇ ਸਿਰ 'ਤੇ ਆ ਕਿ ਤੁਸੀਂ ਇਹ ਚੱਲਣਾ ਕਿਸ ਤਰ੍ਹਾਂ ਅੱਗੇ। ਮਕਸਦ ਇਹ ਦੇਖੋ ਜੀ, ਹੁਣ ਸਾਰਾ ਸਿਲਸਿਲਾ ਠੀਕ ਚੱਲ ਰਿਹਾ ਸੀ, ਉਹਨਾਂ ਨੂੰ ਬਹੁਤ ਕੰਮ ਮਿਲ ਰਿਹਾ ਸੀ, ਹਰ ਲਿਹਾਜ਼ ਨਾਲ ਸਹੀ ਸੀ। ਫਿਲਮਾਂ ਤਾਂ ਬਹੁਤ ਸਾਰੀਆਂ ਹੈਗੀਆਂ, ਮੈਂ ਨਹੀਂ ਇੰਨੀਆਂ ਗਿਣਵਾ ਸਕਦਾ। ਮਕਸਦ ਇਹ ਹੈ, ਲੇਕਿਨ ਮੈਂ ਅਸਲ ਗੱਲ ਵੱਲ ਆਵਾਂਗਾ ਜਿਹੜਾ ਸ਼ਾਇਦ ਤੁਸੀਂ ਦੇਖਿਆ ਹੋਵੇ, ਇਬਰਤਨਾਕ ਅੰਜਾਮ ਕੀ ਹੋਇਆ। ਹੁਣ ਦੇਖੋ ਜਿਨ੍ਹਾਂ ਨੇ ਜਿਨ੍ਹਾਂ ਨੂੰ ਪਹਿਲੇ ਅਰੂਜ ਮਿਲਿਆ ਹੋਵੇ, ਅਤੇ ਫਿਰ ਹੁਣ ਤੁਸੀਂ ਜ਼ਵਾਲ ਵੀ ਸੁਣ ਲਓ। ਅਰੂਜ ਦੇ ਦੌਰ ਵਿੱਚ ਅੱਲਾ ਜਾਣਦਾ ਉਹਨਾਂ ਨੂੰ ਕਿੱਥੋਂ ਜਿਵੇਂ ਕਹਿੰਦੇ ਨਾ ਆਦਤ ਪੈ ਗਈ ਨਸ਼ੇ ਦੀ। ਔਰ ਸੁਣਿਆ ਜੀ ਹਿਸਟਰੀ ਦੱਸ ਰਹੀ ਆ, ਮਕਸਦ ਇਹ ਆ ਕਿ ਉਹ ਇਸ ਤਰ੍ਹਾਂ ਥੋੜ੍ਹਾ ਨਸ਼ਾ ਕਰਨ ਲੱਗ ਪਈ। ਨਸ਼ਾ ਕਰਦਿਆਂ ਕਰਦਿਆਂ ਤੁਹਾਨੂੰ ਪਤਾ ਹੈ ਨਸ਼ੇ 'ਚ ਇੱਕ ਚੀਜ਼ ਹੀ ਐਸੀ ਆ, ਇਹ ਐਸੀ ਲਾਹਨਤ ਆ ਕਿ ਮਕਸਦ ਇਹ ਆ ਕਿ ਬੰਦਾ ਇਹਦੇ ਪਿੱਛੇ ਘਰ ਬਾਹਰ ਅਜ਼ੀਜ਼ੋ ਘਰ ਹੱਤਾ ਕਿ ਬੱਚੇ ਵੀ ਛੋੜ ਦਿੰਦਾ ਵਾ। ਮਕਸਦ ਇਹ ਆ ਉਹ ਜਿਹੜੀ ਆਦਤ ਸੀ ਉਹ बढ़ਦੀ बढ़ ਗਈ। ਫਿਰ ਕਹਿੰਦੇ ਆ ਕਿ ਉਹਨਾਂ ਨੇ ਇੱਕ ਉਹ ਜਿਵੇਂ ਕਹਿੰਦਾ ਇਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਆ ਮੈਂ ਸ਼ਾਦੀ ਕਰ ਲਾਂ। ਫਿਰ ਆਊਟ ਆਫ ਸਟੂਡੀਓ ਜਿਹੜੀ ਸੀ ਨਾ ਉਹ ਮਸਲਸਲ बढ़ ਰਹੀ ਸੀ। ਮਕਸਦ ਇਹ ਆ ਇੱਕ ਦਿਨ ਐਸਾ ਦੌਰ ਆਇਆ ਕਿ ਉਹ ਬੱਚੀ ਨੇ ਉਹਦਾ ਹਾਲ ਦੇਖਦਿਆਂ ਹੋਇਆਂ ਕਿ ਇਹ ਸਾਡੀ ਸਮਝ ਤੋਂ ਗੱਲ ਬਾਹਰ ਆਏ ਤਾਂ ਰੱਬ ਜਾਣੇ ਕਿਸ ਤਰਫ ਜਾ ਰਹੀ ਹੈ। ਉਹ ਸ਼ਾਦੀ ਕੀਤੀ ਉਹਨੇ, ਉਹ ਐਸਾ ਉਸ ਘਰ 'ਚੋਂ ਗਈ ਅੱਜ ਤੱਕ ਕਿਸੇ ਨੂੰ ਨਹੀਂ ਪਤਾ ਕਿੱਥੇ ਹੈਗੀ ਆ। ਔਰ ਗੱਲ ਜਨਾਬ ਮੇਰੀ ਇਹ ਆ ਕਰਨ ਵਾਲੀ ਅਸਲ 'ਤੇ ਦੇਖੋ ਉਹਨੇ ਇੰਨੇ ਦੁੱਖ ਵੀ ਆਏ, ਇੰਨੇ ਉਹ ਜ਼ਵਾਲ ਵੀ ਆਇਆ, ਲੇਕਿਨ ਉਹਨੇ ਇਹ ਨਹੀਂ ਸੋਚਿਆ ਕਿ ਆਖਰ ਇਹ ਜ਼ਵਾਲ ਆਇਆ ਕਿਉਂ ਆ, ਮੈਂ ਉਹ ਕੰਮ ਹੀ ਛੋੜ ਦੇਵਾਂ। ਨਹੀਂ, ਇਹ ਛੁੱਟਦਾ ਹੀ ਨਹੀਂ, ਇਹ ਨਸ਼ਾ ਚੀਜ਼ ਹੀ ਐਸੀ ਹੈ ਜਨਾਬ। ਉਹ ਗੱਲ ਇਹ ਹੋਈ, ਆਦਤ ਵੱਧਦੀ ਇੰਨੀ ਵੱਧ ਗਈ ਕਿ ਕਹਿੰਦੇ ਆ ਕਿ ਉਹ ਫਿਲਮ ਇੰਡਸਟਰੀ 'ਚ ਇੱਕ ਸਾਈਡ 'ਤੇ ਰਹਿ ਗਈ, ਖ਼ਤਮ ਹੋ ਗਿਆ ਸਭ ਕੁਛ। ਲੇਕਿਨ ਉਹ ਅਦਾਕਾਰਾ 1-2 ਕਮਰਿਆਂ ਦੇ ਫਲਾਈਟ ਲਾਹੌਰ ਦੇ ਕਿਸੇ ਇਲਾਕੇ 'ਚ ਰਹਿ ਰਹੀ ਸੀ। ਮਕਸਦ ਇਹ ਆ ਗੁਰਬਤ ਵੱਧਦੀ ਗਈ। ਮਕਸਦ ਇਹ ਆ ਕਿਉਂਕਿ ਨਸ਼ਾ ਸਭ ਕੁਝ ਖਾ ਗਿਆ। ਔਰ ਕਰਦਿਆਂ ਕਰਦਿਆਂ ਹਾਲਤ ਇਹ ਹੋ ਗਈ ਕਿ ਲੋਕ ਦੱਸਦੇ ਆ ਕਿ ਲੋਕਾਂ ਨੇ ਉਹਨਾਂ ਨੂੰ ਲਾਹੌਰ ਦੇ ਅੰਦਰ ਲਾਹੌਰ ਦੀਆਂ ਰੋਡਾਂ 'ਤੇ ਭੀਖ ਮੰਗਦਿਆਂ ਵੀ ਦੇਖਿਆ। ਯਾਰ ਤੁਸੀਂ ਹੁਣ ਆਪ ਜ਼ਿਆਦਾ ਲਾ ਲਓ ਕਿ ਕਿੱਥੇ ਇੰਨਾ ਅਰੂਜ ਔਰ ਕਿੱਥੇ ਰੋਡਾਂ ਦੇ ਉੱਤੇ ਬੰਦਾ ਭੀਖ ਮੰਗਦਾ ਹੋਵੇ। ਕਿਆ ਇਸ ਤੋਂ ਥੱਲੇ ਵੀ ਕੁਛ ਹੈ?
ਮਕਸਦ ਇਹ ਆ। ਔਰ ਭੀਖ ਮੰਗਦੇ ਵੀ ਦੇਖਿਆ ਲੋਕਾਂ ਨੇ, ਔਰ ਜਦੋਂ ਇਹ ਦੇਖ ਕੇ ਨਾ ਤੇ ਬਸ ਇਬਰਤ ਤੋਂ ਸਿਵਾ ਕੁਛ ਨਹੀਂ ਸੀ ਹੈਗਾ। ਜਿਹੜੇ ਉਹਨੂੰ ਜਾਣਦੇ ਸੀ ਜਾਂ ਜਿਹੜੇ ਦੇਖਣ ਵਾਲੇ ਸੀ, ਇੱਕ ਦਿਨ ਫਿਰ ਇੱਕ ਐਸਾ ਵਕਤ ਆਇਆ ਮਕਸਦ, ਤੇ ਉਹ ਸੁਪਰਸਟਾਰ ਅਦਾਕਾਰਾ ਉਸ ਕਹਿੰਦੇ ਫਲਾਈਟ 'ਚ ਮੁਰਦਾ ਪਾਈ ਗਈ। ਮਕਸਦ ਇਹ ਆ, ਉੱਥੇ ਉਹ ਡੈਡ ਬਾਡੀ ਸੀ, ਡੈਡ ਸੀ ਬਿਲਕੁਲ। ਮਕਸਦ ਤੇ ਕੋਈ ਵਾਲੀ ਵਾਰਸ ਨਹੀਂ ਹੈ ਯਾਰ, ਅੱਲਾ ਮਾਫ ਕਰੇ। ਔਰ ਕੋਈ ਜਾਣਨ ਵਾਲਾ ਨਹੀਂ ਹੈ, ਕੋਈ ਉਹਨੂੰ ਉਹ ਪਸੇ ਰਾਹੀ ਦੇਣ ਵਾਲਾ ਨਹੀਂ ਹੈ। ਚਲੋ ਮਰਦਿਆਂ ਹੀ ਬੰਦਾ ਇਹ ਕੰਮ ਕਰ ਲਵੇ। ਦੇਖੋ ਚੰਦ ਲੋਕਾਂ ਨੇ, ਉਸ ਮਹੱਲੇਦਾਰਾਂ ਨੇ ਐਜ਼ ਏ ਜਿਵੇਂ ਕਹਿੰਦੇ ਨਾ ਕਿ ਫੀ ਸਬੀਲਿਲ੍ਲਾਹ, ਉਹਨੇ ਕਿਹਾ ਯਾਰ ਹੁਣ ਆਖਰ ਐਜ਼ ਏ ਮੁਸਲਮਾਨ ਹੋਣ ਦੇ ਨਾਤੇ ਦਫਨ ਤੇ ਕਰਨਾ ਹੀ ਹੈ ਨਾ। ਉਹਨਾਂ ਨੇ ਸਾਰਾ ਉਹਦੇ ਕਫਨ ਦਫਨ ਦਾ ਇੰਤਜ਼ਾਮ ਕੀਤਾ। ਇੰਤਜ਼ਾਮ ਕਰਨ ਤੋਂ ਬਾਅਦ ਉਹਨਾਂ ਨੇ ਹੀ ਉਹ ਕਿਤੇ ਦਫਨਾਇਆ, ਔਰ ਕਿਸ ਕਬਰਸਤਾਨ 'ਚ ਦਫਨਾਇਆ, ਕਿਸ ਕਬਰਸਤਾਨ 'ਚ ਉਹਦੀ ਕਬਰ ਆ, ਕੋਈ ਪਤਾ ਨਹੀਂ ਹੈਗਾ। ਬੇਸ਼ੱਕ ਲਾਹੌਰ ਦੇ ਅੰਦਰ ਹੀ ਕੋਈ ਹੋਏਗੀ, ਲੇਕਿਨ ਜਿੰਨੇ ਵੀ ਫਿਲਮੀ ਸਿਤਾਰੇ ਆ, ਨਾਮਵਰ ਲੋਕ ਆ, ਉਹ ਤੁਸੀਂ ਇੱਕ ਦਫਾ ਨੈਟ 'ਤੇ ਸਰਚ ਕਰੋ ਤੇ ਤੁਹਾਡੀ ਸਾਰੀ ਸੂਰਤ ਸਾਹਮਣੇ ਆ ਜਾਂਦੀ ਹੈ, ਲੇਕਿਨ ਉਹਦਾ ਕੋਈ ਪਤਾ ਨਹੀਂ ਹੈਗਾ। ਮਕਸਦ ਇਹ ਆ। ਤੇ ਦੇਖੋ ਜੀ, ਗੱਲ ਇਹ ਹੈਗੀ ਆ ਕਿ ਕੰਮ ਜਦੋਂ ਗਲਤ ਹੋਏਗਾ ਨਾ ਬੰਦੇ ਦਾ, ਉਹਦੀ ਨੀਅਤ ਗਲਤ ਹੋ ਜਾਏਗੀ ਨਾ, ਸਭ ਕੁਝ ਗਲਤ ਹੋ ਜਾਏਗਾ। ਤੇ ਇਸ ਵਾਸਤੇ ਜਨਾਬ ਅੱਲਾ ਬਚਾਏ, ਸਾਰੇ ਆਪਣੇ ਆਪ ਨੂੰ ਸੇਫ ਰੱਖੋ, ਆਪਣੇ ਆਪ ਨੂੰ ਬਚਾਓ, ਅੱਛੀ ਸਾਈਡ ਤੇ ਜਾਓ, ਅੱਛੇ ਕੰਮ ਕਰੋ, ਹਲਾਲ ਦੀ ਰੋਜ਼ੀ ਨੂੰ ਤਰਜੀਹ ਦੇਵੋ। ਇਨਸ਼ਾ ਤਾਲਾ ਬੱਚੇ ਵੀ ਤੁਹਾਡੇ ਖਿਦਮਤ ਗੁਜ਼ਾਰ ਹੋਣਗੇ, ਸਾਰੇ ਮਾਮਲਾ ਠੀਕ ਹੋਣਗੇ। ਗਲਤ ਸਾਈਡ ਤੇ ਜਾਣ ਦੀ ਕੋਸ਼ਿਸ਼ ਨਾ ਕਰੋ। ਇਹ ਜਨਾਬ ਮੇਰਾ ਅੱਜ ਦਾ ਕਿੱਸਾ ਸੀ। ਤੇ ਤੁਹਾਨੂੰ ਕੈਸਾ ਲੱਗਾ, ਤੁਸੀਂ ਕਮੈਂਟਸ ਕਰਨਾ, ਲਾइक करना, शेयर करना और सब्सक्राइब भी करना यार। ओके जनाब, अस्सलाम वालेकुम।